हाँ जी, सत श्री अकाल। की हाल चाल है सारिਆਂ ਦਾ? ठीक ठाक हो? हाँ जी, ਅੱਜ ਆਪਾਂ ਸ਼ੁਰੂ ਕਰਦੇ ਹਾਂ ਰਾਜੇ ਨੈਕਸਟ ਟੌਪਿਕ ਜਿਹੜਾ ਹੈਗਾ ਆਪਾਂ ਇਨਆਰਗੈਨਿਕ ਸ਼ੁਰੂ ਕਰਦੇ ਹਾਂ। ਇਨਆਰਗੈਨਿਕ ਦੇ ਵਿੱਚ ਤੁਹਾਡੇ ਜਿਹੜੇ ਸਿਲੇਬਸ ਦੇ ਵਿੱਚ ਹੈਗੇ ਨੇ ਚੈਪਟਰ ਕਿਹੜੇ ਨੇ? ਇੱਕ ਤਾਂ ਪੀ ਬਲੌਕ ਐਲੀਮੈਂਟ ਹੈ, ਇੱਕ ਡੀ ਐਂਡ ਐਫ ਬਲੌਕ ਐਲੀਮੈਂਟਸ ਨੇ। ਉਸ ਤੋਂ ਬਾਅਦ ਇਹਦੇ 'ਚ ਇੱਕ ਆ ਜਾਂਦਾ ਕੋਆਰਡੀਨੇਸ਼ਨ ਕੰਪਾਊਂਡ ਚੈਪਟਰ ਹੈਗਾ, ਕਾਫੀ ਇੰਪੋਰਟੈਂਟ ਹੈ। ਇਹ ਮੇਨ ਜਿਹੜੇ ਹਾਈਲਾਈਟ ਨੇ ਜਾਂ ਜਿਹੜੇ ਇੰਪੋਰਟੈਂਟ ਨੇ ਇਹੀ ਚੈਪਟਰ ਨੇ ਇਨਆਰਗੈਨਿਕ ਦੇ ਵਿੱਚ। ਫਿਜ਼ੀਕਲ ਦੇ ਆਪਾਂ ਪਹਿਲੇ 5 ਚੈਪਟਰ ਜਿਹੜੇ ਉਹ ਲਗਭਗ ਕਰ ਚੁੱਕੇ ਹਾਂ। ਉਮੀਦ ਹੈ ਕਿ ਤੁਹਾਨੂੰ ਸਾਰੇ ਕਲੀਅਰ ਹੋਣਗੇ। ਹੁਣ ਨੈਕਸਟ ਮੈਂ ਇਨਆਰਗੈਨਿਕ ਪਹਿਲਾਂ ਸ਼ੁਰੂ ਕਰਦਾ ਹੈ ਨਾ। ਅਤੇ ਇਨਆਰਗੈਨਿਕ 'ਚ ਪੀ ਬਲੌਕ ਐਲੀਮੈਂਟ ਦੀ ਮੈਂ ਥੋੜ੍ਹੀ ਇੰਟਰੋਡਕਸ਼ਨ ਦਿੰਦਾ, ਉਸ ਤੋਂ ਬਾਅਦ ਇਹਨੂੰ ਸ਼ੁਰੂ ਕਰਦੇ ਹਾਂ ਆਪਾਂ। ਪੀ ਬਲੌਕ ਅਸਲ ਵਿੱਚ ਪੀਰੀਓਡਿਕ ਟੇਬਲ ਦੀ ਆਪਾਂ ਗੱਲ ਕਰਦੇ ਹਾਂ। ਪੀਰੀਓਡਿਕ ਟੇਬਲ ਦੇ ਵਿੱਚ 4 ਬਲੌਕ ਨੇ ਹੈ ਨਾ। ਐਸ ਬਲੌਕ ਹੋ ਗਿਆ, ਪੀ ਬਲੌਕ ਹੋ ਗਿਆ, ਡੀ ਬਲੌਕ ਐਲੀਮੈਂਟ ਹੋ ਗਏ, ਆਹ ਵਾਲੇ ਐਫ ਬਲੌਕ ਐਲੀਮੈਂਟ ਹੋ ਗਏ। ਐਸ ਬਲੌਕ ਐਲੀਮੈਂਟ ਆਪਾਂ ਪੂਰਾ ਡਿਟੇਲ ਸਟੱਡੀ +1 ਦੇ ਵਿੱਚ ਕੀਤਾ ਸੀਗਾ। ਚੈਪਟਰ ਸੀ ਇੱਕ ਐਜ਼ ਇਟ ਇਜ਼। ਐਸ ਬਲੌਕ ਦਾ ਸੀ ਇੱਕ, ਹਾਈਡਰੋਜਨ ਦਾ ਸੀਗਾ, ਅਲੱਗ-ਅਲੱਗ ਚੈਪਟਰ ਸੀਗੇ। ਅਤੇ ਪੀ ਬਲੌਕ ਦਾ ਵੀ ਇੱਕ ਚੈਪਟਰ ਆਪਾਂ ਕੀਤਾ 13 ਅਤੇ 14 ਗਰੁੱਪ, ਜਿਹਨੂੰ ਬੋਰੋਨ ਫੈਮਿਲੀ ਅਤੇ ਕਾਰਬਨ ਫੈਮਿਲੀ ਦਾ ਨਾਮ ਦਿੰਦੇ ਹਾਂ ਆਪਾਂ। ਇਹ +1 ਦੇ ਵਿੱਚ ਆਪਾਂ ਡਿਟੇਲ ਸਟੱਡੀ ਕਰ ਚੁੱਕੇ ਹਾਂ। ਤਾਂ +2 ਦੇ ਵਿੱਚ ਜਿਹੜਾ ਪੀ ਬਲੌਕ ਐਲੀਮੈਂਟ ਹੈ, ਇਹਦੇ ਵਿੱਚ ਕਿਹੜੇ ਬਲੌਕ ਨੇ? ਸਿਰਫ 4 ਬਲੌਕ ਦੀ ਸਟੱਡੀ ਹੈ ਤੁਹਾਡੇ ਸਿਲੇਬਸ ਦੇ ਵਿੱਚ। ਨਾਈਟ੍ਰੋਜਨ ਫੈਮਿਲੀ, ਆਕਸੀਜਨ ਫੈਮਿਲੀ, ਹੈਲੋਜਨ ਫੈਮਿਲੀ ਅਤੇ ਨੋਬਲ ਗੈਸ, ਇਨਰਟ ਗੈਸ ਜਿਹੜੀ ਹੀਲੀਅਮ ਵਾਲੀ ਫੈਮਿਲੀ ਹੈ ਨਾ, ਉਹਦੀ ਸਟੱਡੀ ਕਰਨੀ। ਉਸ ਤੋਂ ਬਾਅਦ ਡੀ ਐਂਡ ਐਫ ਚੈਪਟਰ ਅਲੱਗ ਬਣ ਜਾਏਗਾ। ਇਹਦੀ ਇੱਕ ਨੈਕਸਟ ਚੈਪਟਰ ਅੱਗੇ ਸਟੱਡੀ ਹੋਊਗੀ। ਫਿਲਹਾਲ ਪੀ ਬਲੌਕ ਦੇ ਵਿੱਚ 4 ਜਿਹੜੇ ਆਪਣੇ ਕੋਲੇ ਗਰੁੱਪ ਹੈਗੇ ਨੇ, ਇਹਨਾਂ ਦੀ ਸਟੱਡੀ ਕਰ। ਪੀਰੀਓਡਿਕ ਟੇਬਲ ਦੇ ਵਿੱਚ ਇੱਕ ਗੱਲ ਤੁਹਾਨੂੰ ਯਾਦ ਹੋਵੇ, ਥੋੜ੍ਹੀ ਜਿਹਾ ਰੀਕਾਲ ਕਰ ਦਿੰਦਾ, ਰੀਕਨੈਕਟ ਕਰ ਦਿੰਦਾ। +1 ਦੱਸਿਆ ਸੀਗਾ ਕਿ ਐਨੀ ਪ੍ਰੋਪਰਟੀ ਅਗਰ ਲੈਫਟ ਟੂ ਰਾਈਟ ਇਨਕਰੀਜ਼ ਕਰਦੀ ਹੈ ਜਾਂ ਡਿਕਰੀਜ਼ ਕਰਦੀ ਹੈ, ਟੌਪ ਟੂ ਬੋਟਮ ਜਿਹੜਾ ਉਹਦਾ ਰਿਜ਼ਲਟ ਹੋਏਗਾ ਉਹਦਾ ਬਿਲਕੁਲ ਆਪੋਜ਼ਿਟ ਹੋ ਜਾਏਗਾ। ਅਗਰ ਉਹ ਇਨਕਰੀਜ਼ ਕਰਦੀ ਹੈ ਤਾਂ ਡਿਕਰੀਜ਼ ਹੋ ਜਾਏਗਾ, ਡਿਕਰੀਜ਼ ਕਰਦੀ ਹੈ ਤਾਂ ਇਨਕਰੀਜ਼ ਹੋ ਜਾਏਗਾ। ਅਤੇ ਜਦੋਂ ਆਪਾਂ ਡਾਇਗਨਲੀ ਮੂਵ ਕਰਦੇ ਹਾਂ, ਨਾ ਲੈਫਟ ਟੂ ਰਾਈਟ ਨਾ ਟੌਪ ਟੂ ਬੋਟਮ, ਡਾਇਗਨਲੀ ਮੂਵ ਕਰਦੇ ਹਾਂ ਪੀਰੀਓਡਿਕ ਟੇਬਲ ਦੇ ਵਿੱਚ, ਉਦੋਂ ਉਸ ਪ੍ਰੋਪਰਟੀ ਦੇ ਰਿਜ਼ਲਟ ਅਪਰੋਕਸੀਮੇਟਲੀ ਜਿਹੜੇ ਹੈਗੇ ਨੇ ਕੌਂਸਟੈਂਟ ਬਣ ਜਾਂਦੇ ਆ। ਕਹਿਣ ਦਾ ਭਾਵ ਵੇਰੀ ਨਹੀਂ ਕਰਦੇ, ਜਿਹਨੂੰ ਆਪਾਂ ਡਾਇਗਨਲ ਰਿਲੇਸ਼ਨਸ਼ਿਪ ਦਾ ਨਾਮ ਦਿੱਤਾ ਸੀ। ਠੀਕ ਹੈ ਜੀ। ਤਾਂ ਹੁਣ ਆਪਾਂ ਸਟੈਪ ਬਾਏ ਸਟੈਪ ਉਵੇਂ ਹੀ ਜਿਵੇਂ +1 'ਚ ਕੀਤਾ ਸੀਗਾ, ਫੈਮਿਲੀ ਸਟਾਰਟ ਕਰਾਂਗੇ। ਜਿਵੇਂ ਨਾਈਟ੍ਰੋਜਨ ਫੈਮਿਲੀ ਲੈ ਲਈ, ਉਹਦੀ ਇੰਟਰੋਡਕਸ਼ਨ, ਉਹਦੀਆਂ ਫਿਜ਼ੀਕਲ ਪ੍ਰੋਪਰਟੀਜ਼, ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਅਤੇ ਉਹਦੇ ਇੰਪੋਰਟੈਂਟ ਕੰਪਾਊਂਡ ਦੀ ਡਿਟੇਲ ਸਟੱਡੀ ਹੋ। ਫਿਰ ਸਿਮਿਲਰਲੀ ਨੈਕਸਟ ਮਤਲਬ ਚਾਰੋਂ ਫੈਮਿਲੀ ਦਾ ਆਪਾਂ ਜਿਹੜਾ ਹੈਗਾ ਇਹਦਾ ਡਿਟੇਲ ਸਟੱਡੀ ਕਰਾਂਗੇ। ਪਹਿਲਾਂ ਤਾਂ ਇਹਨਾਂ ਦੇ ਨਾਮ ਯਾਦ ਰੱਖਣ ਦੇ ਲਈ ਪੰਜਾਬੀ ਦੇ ਵਿੱਚ ਯਾਦ ਰੱਖ ਲਓ ਕਿਵੇਂ ਐਲੀਮੈਂਟ ਤੁਹਾਨੂੰ ਯਾਦ ਹੋਣਗੇ। ਨਾਈਟ੍ਰੋਜਨ ਫੈਮਿਲੀ ਦਾ ਇੱਕ ਪਹਿਲਾਂ ਤੁਸੀਂ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਆਹ ਬਣਾਉਣਾ ਹੈ। ਉਸ ਤੋਂ ਬਾਅਦ ਹੁਣ ਜਿਹੜਾ ਆਪਾਂ ਫਸਟ ਵਨ ਜਿਹੜੀ ਹੈਗੀ ਹੈ ਨਾਈਟ੍ਰੋਜਨ ਫੈਮਿਲੀ ਹੈ। ਨਾਈਟ੍ਰੋਜਨ ਫੈਮਿਲੀ ਨੂੰ ਯਾਦ ਕਿਵੇਂ ਰੱਖਣੇ ਇਹਨਾਂ ਦੇ ਐਲੀਮੈਂਟ? ਜਦ ਤੱਕ ਤੁਹਾਨੂੰ ਯਾਦ ਨਹੀਂ ਹੋਣਗੇ ਤਾਂ ਆਪਾਂ ਅੱਗੇ ਸਟੈਪ ਨਹੀਂ ਲੈ ਸਕਦੇ। ਨਾਈਟ੍ਰੋਜਨ ਫੈਮਿਲੀ ਦਾ ਬੰਦਾ ਹੈ ਨੇਪਾਲ ਅਸ ਸਭ ਬਿਗੜੇ। ਪੰਜਾਬੀ 'ਚ ਲਿਖ ਲਓ, ਹਿੰਦੀ 'ਚ, ਉਰਦੂ 'ਚ, ਜੋ ਤੁਹਾਨੂੰ ਆਉਂਦਾ ਉਹਦੇ ਅਕੋਰਡਿੰਗ ਲਿਖ ਲਓ। ਨੇਪਾਲ ਅਸ ਸਭ ਬਿਗੜੇ। ਨਾਈਟ੍ਰੋਜਨ, ਨੇਪਾਲ, ਫਾਸਫੋਰਸ, ਆਰਸੈਨਿਕ, ਸਭ ਬਿਗੜੇ, BI, ਬਿਸਮਥ, ਐਂਟੀਮਨੀ ਐਂਡ ਬਿਸਮਥ। ਨੇਪਾਲ ਅਸ ਸਭ ਬਿਗੜੇ, ਇਹ ਨਾਈਟ੍ਰੋਜਨ ਫੈਮਿਲੀ ਦੇ ਐਲੀਮੈਂਟ ਆ ਗਏ। ਮੂਵਿੰਗ ਡਾਊਨ ਹੋਣਗੇ ਨਾ, ਨਾਈਟ੍ਰੋਜਨ, ਫਾਸਫੋਰਸ, ਆਰਸੈਨਿਕ, ਐਂਟੀਮਨੀ ਅਤੇ ਬਿਸਮਥ। ਉਸ ਤੋਂ ਬਾਅਦ ਆਪਣੇ ਕੋਲ ਕਿਹੜੀ ਆ ਜਾਂਦੀ ਹੈ? ਆਕਸੀਜਨ ਫੈਮਿਲੀ। ਆਕਸੀਜਨ ਫੈਮਿਲੀ ਦੀ ਜਿਹੜੀ ਤੁਸੀਂ ਲਿਖੋਗੇ ਲਾਈਨ ਉਹ ਹੈਗੀ ਆ ਉਸ ਸੇ ਟੇਪੋ। ਉਸ ਸੇ ਟੇਪੋ, ਇਹਨੂੰ ਆਪਾਂ ਕਿਵੇਂ ਬਣਾਵਾਂਗੇ? ਉਸ OS, ਉਸ ਸੇ SETEPO, ਉਸ ਸੇ ਟੇਪੋ। ਆਕਸੀਜਨ, ਸਲਫਰ, ਸਿਲੂਰੀਅਮ, ਟੈਲੂਰੀਅਮ ਅਤੇ ਪੋਲੋਨੀਅਮ, ਉਸ ਸੇ ਟੇਪੋ। ਉਸ ਤੋਂ ਬਾਅਦ ਥਰਡ ਵਨ ਜਿਹੜੀ ਆਪਾਂ ਇਹਦੇ 'ਚ ਸਟੱਡੀ ਕਰਨੀ ਹੈ ਉਹ ਕਿਹੜੀ ਹੈ? ਹੈਲੋਜਨ ਫੈਮਿਲੀ। ਹੈਲੋਜਨ ਫੈਮਿਲੀ ਦੀ ਲਾਈਨ ਤੁਸੀਂ ਕਿਸ ਤਰ੍ਹਾਂ ਬਣਾਓਗੇ? ਫੇਸ CBI ਐਟ ਹੋਮ। ਕੀ ਬਣਾਓਗੇ ਜੀ? ਫੇਸ CBI ਐਟ ਹੋਮ। ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਅਤੇ ਐਸਟੇਟੀ। ਫੇਸ CBI ਐਟ ਹੋਮ, ਇਹਦੀ ਐਬਰੀਵੇਸ਼ਨ ਬਣਦੀ ਹੈ।
ਉਸ ਤੋਂ ਬਾਅਦ ਫੋਰਥ ਵਨ ਜਿਹੜਾ ਆਪਾਂ ਇਹਦੇ 'ਚ ਗਰੁੱਪ ਦੀ ਸਟੱਡੀ ਕਰਨੀ ਹੈ, ਹੈਲੋਜਨ ਤੋਂ ਬਾਅਦ ਇਨਰਟ ਗੈਸਿਸ, ਨੋਬਲ ਗੈਸਿਸ ਜਿਹੜੀਆਂ ਆਉਂਦੀਆਂ ਉਹਨਾਂ ਦੀ ਐਬਰੀਵੇਸ਼ਨ ਕੀ ਬਣਦੀ ਹੈ, ਹੀਨੀ ਔਰ ਕਰੀਨਾ, हीनी और करीना के एक्सरे रंगीन, हीनी HENE, हीनी और AR KR, एक्सरे XE, रंगीन RN, हीनी और करीना के एक्सरे रंगीन, हीनी और करीना एक्सरे रंगीन, हीलियम, नीऑन, आर्गन, क्रिप्टॉन, जीनॉन ते रेडॉन, ये दी लाइन बन जाती। ਇਹ 4 ਲਾਈਨਾਂ ਜਿਹੜੀਆਂ ਹੈਗੀਆਂ ਆਪਾਂ ਇਹਨਾਂ ਦੀ ਪੂਰੀ ਡਿਟੇਲ ਸਟੱਡੀ ਕਰਨੀ ਹੈ। ਸਭ ਤੋਂ ਪਹਿਲੀ ਮੈਂ ਗੱਲ ਕਰਦੇ ਹਾਂ ਕਿ ਇਹਦੀ ਨਾਈਟ੍ਰੋਜਨ ਫੈਮਿਲੀ ਦੀ। ਕਰੋ ਸ਼ੁਰੂ, ਇਹਦੇ 'ਚ ਹੈਡਿੰਗ ਬਣਾ ਲਓ ਨਾਈਟ੍ਰੋਜਨ ਫੈਮਿਲੀ, ਨਾਈਟ੍ਰੋਜਨ ਫੈਮਿਲੀ ਹੈ ਨਾ, ਨਾਈਟ੍ਰੋਜਨ ਫੈਮਿਲੀ। ਇਹਦੇ ਵਿੱਚ ਸਭ ਤੋਂ ਪਹਿਲੇ ਪੁਆਇੰਟ ਲਿਖੋ ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ, ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ। ਇਹਦੇ ਵਿੱਚ ਤੁਸੀਂ ਕੀ ਲਿਖੋਗੇ, ਫਸਟ ਪੁਆਇੰਟ ਹੈ ਇਹ ਕੀ ਹੋਏਗੀ ਇਹਦੀ NS2 NP ਜਿਹੜੀ ਹੈਗੀ ਹੈ ਨਾਈਟ੍ਰੋਜਨ ਫੈਮਿਲੀ ਦੀ ਕਿੰਨੀ ਹੋਏਗੀ, 3 ਹੋਏਗੀ। ਟੋਟਲ 15th ਗਰੁੱਪ ਹੈ, ਦੇਖੋ 15th ਗਰੁੱਪ ਹੈ, 5 ਇਲੈਕਟ੍ਰੋਨ ਲਾਸਟ ਦੇ ਵਿੱਚ ਹੋਣਗੇ ਇਹਦੇ। ਪੀਰੀਅਡ ਕਿਹੜਾ ਚੱਲ ਰਿਹਾ ਹੈਗਾ ਅਕੋਰਡਿੰਗ ਟੂ ਨਾਈਟ੍ਰੋਜਨ ਦੇ ਵਿੱਚ ਜਿਹੜਾ ਹੋਊਗਾ ਮੈਂ ਤੁਹਾਨੂੰ ਲਿਖ ਕੇ ਦੱਸ ਦਿੰਦਾ। ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ P ਬਲੋਕ ਦੀ ਹੁੰਦੀ ਹੈ ਉਹ ਕੀ ਹੁੰਦੀ ਹੈ, NS2 NP1 to 6 ਹੁੰਦੀ ਹੈ, ਠੀਕ ਹੈ ਜੀ। ਹੁਣ ਨਾਈਟ੍ਰੋਜਨ ਫੈਮਿਲੀ ਦੀ ਕੀ ਹੋਏਗੀ, NS2 NP3 ਹੋਏਗੀ। ਤਾਂ ਐਲੀਮੈਂਟ ਜਿਹੜੇ ਨੇ ਪਾਲ ਅਸ ਸਭ ਵਿਗੜੇ, ਤਾਂ ਨਾਈਟ੍ਰੋਜਨ ਦੇ ਕੇਸ ਦੇ ਵਿੱਚ ਇਹ ਕੀ ਹੋਏਗਾ, 2s2 2p3, ਅੱਗੇ 3s2 3p3, 4s2 4p3, 5s2 5p3, 6s2 6p3। ਇਹ ਆਪਣੀ ਕੀ ਹੋ ਗਈ ਇਹਨਾਂ ਦੇ ਵਿੱਚ ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋ ਗਈ ਕਿਹਦੀ, ਨਾਈਟ੍ਰੋਜਨ ਫੈਮਿਲੀ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਜਿਹੜਾ ਇਹਦੇ ਵਿੱਚ ਕੀ ਕਰੋਗੇ ਨਾਈਟ੍ਰੋਜਨ ਫੈਮਿਲੀ ਦੇ ਵਿੱਚ ਨੈਕਸਟ ਸਟੈਪ ਇਹਦਾ ਜਿਹੜਾ ਤੁਸੀਂ ਲਿਖੋਗੇ ਸੈਕੰਡ ਪੁਆਇੰਟ ਜਿਹੜਾ ਬਣਾਉਣਾ ਆਪਾਂ ਇਹਦਾ ਅਟੋਮਿਕ ਤੇ ਆਇਨਿਕ ਜਿਹੜਾ ਹੈਗਾ ਸਾਈਜ਼ ਦੀ ਸਟੱਡੀ ਕਰਾਂਗੇ। ਹੈਡਿੰਗ ਬਣਾ ਲਓ ਅਟੋਮਿਕ ਐਂਡ ਆਇਨਿਕ ਸਾਈਜ਼। ਹੁਣ ਆਪਾਂ ਨੂੰ ਇੱਕ ਜਨਰਲ ਗੱਲ ਦਾ ਪਤਾ ਹੈ ਕਿ ਜਦੋਂ ਆਪਾਂ ਨਾਈਟ੍ਰੋਜਨ ਫੈਮਿਲੀ ਟੌਪ ਟੂ ਬੋਟਮ ਜਿਹੜੇ ਹੈਗੇ ਆ ਮੂਵ ਕਰ ਰਹੇ ਆ ਪ੍ਰਿੰਸੀਪਲ ਸ਼ੈਲ, ਪਹਿਲਾਂ ਕੀ ਹੈ 2 ਹੈ, ਫਿਰ 3 ਆ ਗਿਆ, 4 ਆ ਗਿਆ, ਮੀਨਸ ਟੂ ਸੇ ਨਿਊਕਲੀਅਸ ਤੋਂ ਫਸਟ ਸੈਕਿੰਡ ਥਰਡ 4 5 6 ਮਤਲਬ ਮੂਵ ਕਰ ਰਿਹਾ 1 2 3 4 5 6 ਤੱਕ ਜਾ ਰਹੇ ਆ, ਨਿਊਕਲੀਅਸ ਤੋਂ ਦੂਰ ਜਾ ਰਹੇ ਆ, ਮੂਵਿੰਗ ਡਾਊਨ। ਤਾਂ ਆਟੋਮੈਟਿਕਲੀ ਸਾਈਜ਼ ਕੀ ਹੋਊਗਾ, ਇਨਕਰੀਜ਼ ਹੋਊਗਾ ਜੀ, ਠੀਕ ਹੈ ਜੀ। ਅਟੋਮਿਕ ਤੇ ਆਇਨਿਕ ਸਾਈਜ਼ ਦੀ ਗੱਲ ਕਰਦੇ ਹਾਂ, ਸੈਕੰਡ ਪੁਆਇੰਟ ਹੈ। ਪਹਿਲਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਸੀ ਇਹਨਾਂ ਦੀ ਜਨਰਲ ਜਿਹੜੀ ਮੈਂ ਲਿਖਾਈ ਹੈ। ਅਟੋਮਿਕ ਤੇ ਆਇਨਿਕ ਸਾਈਜ਼ ਦੇ ਵਿੱਚ ਤੁਸੀਂ ਲਿਖੋਗੇ when we move from top to bottom in particular group, bracket ਲਿਖ ਲਓ from nitrogen to bismuth ਜਿਹੜਾ ਹੈਗਾ, atomic and ionic size goes on increases because ਇਹਦੇ 'ਚ ਕੀ ਲਿਖੋਗੇ, because ਕੀ ਹੋਏਗਾ principal shell goes on increases, ਇਹ ਗੱਲ ਲਿਖਣੀ ਹੈ principal shell goes on increases। ਦੂਸਰਾ ਪੁਆਇੰਟ ਜਿਹੜਾ ਇਹਦੇ 'ਚ ਆਪਾਂ ਪੀਰੀਅਡ ਵਾਈਜ਼ ਜੋ ਗੱਲ ਕਰਾਂਗੇ ਉਹ ਜਿਵੇਂ ਸਟਾਰਟਿੰਗ ਦੱਸਿਆ ਸੀ ਕਿ ਆਪੋਜ਼ਿਟ ਹੋਏਗਾ, ਉਹੀ ਚੀਜ਼ ਹੈ। ਵੈਨ ਵੀ ਮੂਵ ਫਰੋਮ ਲੈਫਟ ਟੂ ਰਾਈਟ ਇਨ ਪਰਟੀਕੂਲਰ ਪੀਰੀਅਡ ਹੈ ਨਾ, ਤਾਂ ਇਹ ਪ੍ਰਿੰਸੀਪਲ ਸ਼ੈਲ ਕੀ ਹੋਏਗਾ, ਰਿਮੇਨ ਕਾਂਸਟੈਂਟ, ਰਿਮੇਨ ਕਾਂਸਟੈਂਟ। ਨਾਈਟ੍ਰੋਜਨ ਤੋਂ ਬਾਅਦ ਆਕਸੀਜਨ ਦੇ ਵਿੱਚ ਵੀ 2 ਹੀ ਯੂਜ਼ ਹੋਏਗਾ, ਫਲੋਰੀਨ ਦੇ ਵਿੱਚ ਵੀ 2 ਹੀ ਯੂਜ਼ ਹੋਏਗਾ, ਅਤੇ ਹੀਲੀਅਮ ਤੋਂ ਬਾਅਦ ਨੀਓਨ ਜਿਹੜਾ ਆਉਂਦਾ ਉਹਦੇ ਵਿੱਚ ਵੀ 2 ਹੀ ਯੂਜ਼ ਹੋਏਗਾ। ਇਲੈਕਟ੍ਰੋਨ ਇਨਕਰੀਜ਼ ਹੋ ਰਹੇ ਨੇ P ਦੇ ਵਿੱਚ, 4 ਆ ਜਾਣਗੇ, 5 ਆ ਜਾਣਗੇ, 6 ਆ ਜਾਣਗੇ, ਰਹੇਗਾ 2 ਪ੍ਰਿੰਸੀਪਲ ਸ਼ੈਲ। ਤਾਂ ਲੈਫਟ ਟੂ ਰਾਈਟ ਵੈਨ ਵੀ ਮੂਵ ਪ੍ਰਿੰਸੀਪਲ ਸ਼ੈਲ ਰਿਮੇਨ ਕਾਂਸਟੈਂਟ। ਸੋ ਦਾ ਇਹਦੇ ਤੁਸੀਂ ਕੀ ਲਿਖੋਗੇ, ਅਟਰੈਕਸ਼ਨ ਵਿਦ ਇਨਕਰੀਜ਼ ਇਨ ਜਿਹੜੇ ਇਲੈਕਟ੍ਰੋਨ, ਅਟਰੈਕਸ਼ਨ ਵਿਦ ਨਿਊਕਲੀਅਸ ਜਿਹੜਾ ਆਊਟਰ ਮੋਸਟ ਸ਼ੈਲ ਦੀਆਂ ਇਨਕਰੀਜ਼ ਹੋ ਜਾਂਦੀਆਂ ਨੇ। ਦੈਟਸ ਵਾਈ ਕੀ ਹੋਏਗਾ, ਸਾਈਜ਼ ਡਿਕਰੀਜ਼ਿਸ, attraction increases so size decreases from left to right। ਤੇ ਇਹਦੇ 'ਚ ਤੁਸੀਂ ਇੱਕ ਜਿਹੜਾ ਹੈਗਾ ਇਹ ਪੁਆਇੰਟ ਲਿਖ ਸਕਦੇ ਹੋਗੇ ਕਿ ਨਾਈਟ੍ਰੋਜਨ ਫੈਮਿਲੀ ਦਾ ਜਿਹੜਾ ਸਾਈਜ਼ ਹੈ
ਲਿਟਲ ਬਿਟ ਸਮੋਲ ਦੈਨ ਕਰਸਪੋਂਡਿੰਗ ਮੈਂਬਰ ਆਫ ਕਾਰਬਨ ਫੈਮਿਲੀ। ਜੋ ਉਹਦਾ ਪੀਰੀਅਡ ਵਾਈਜ਼ ਕਰਸਪੋਂਡਿੰਗ ਮੈਂਬਰ ਲਓਗੇ ਤਾਂ ਸਾਈਜ਼ ਜਿਹੜਾ ਹੈਗਾ ਛੋਟਾ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਤੁਸੀਂ ਹੈਡਿੰਗ ਬਣਾਓਗੇ ਜਿਹੜੀ ਕਿ ਉਹ ਕੀ ਹੈਗੀ ਹੈ, ਥਰਡ ਪ੍ਰੋਪਰਟੀ ਇਸ ਫੈਮਿਲੀ ਦੀ ਆਪਾਂ ਸਟੱਡੀ ਕਰਦੇ ਹਾਂ, ਉਹ ਹੋਏਗੀ ਆਇਓਨਾਈਜੇਸ਼ਨ ਇੰਥੈਲਪੀ। ਆਇਓਨਾਈਜੇਸ਼ਨ ਇੰਥੈਲਪੀ ਦੇ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹਦੀ ਡੈਫੀਨੇਸ਼ਨ ਦਿਓਗੇ। ਅਮਾਊਂਟ ਆਫ ਐਨਰਜੀ ਲਿਖੋਗੇ, ਇਹ ਅਮਾਊਂਟ ਆਫ ਐਨਰਜੀ ਰਿਕੁਆਇਰਡ ਟੂ ਰਿਮੂਵ ਦ ਲਾਸਟ ਇਲੈਕਟ੍ਰੋਨ ਫਰੋਮ ਐਨ ਐਲੀਮੈਂਟ ਵੈਨ ਇਟ ਇਜ਼ ਇਨ ਗੈਸ਼ੀਅਸ ਸਟੇਟ। ਮੋਸਟ ਲੂਜ਼ਲੀ ਜਿਹੜਾ ਲਾਸਟ ਇਲੈਕਟ੍ਰੋਨ ਹੋਏਗਾ ਉਹਨੂੰ ਨੌਕ ਆਊਟ ਕਰਨ ਦੇ ਲਈ ਜੋ એનર્ਜੀ ਚਾਹੀਦੀ ਹੈ ਗੈਸ਼ੀਅਸ ਸਟੇਟ 'ਚ ਹੋਣਾ ਜ਼ਰੂਰੀ ਹੈ, ਉਹ ਕੀ ਹੋਏਗੀ, ਆਇਓਨਾਈਜੇਸ਼ਨ ਇੰਥੈਲਪੀ ਹੋਏਗੀ, ਹੈ ਨਾ। ਤਾਂ ਆਇਓਨਾਈਜੇਸ਼ਨ ਇੰਥੈਲਪੀ ਜਿਹੜੀ ਇਹਨਾਂ ਦੀ ਹਾਈ ਹੁੰਦੀ ਹੈ, ਠੀਕ ਹੈ। ਆਇਓਨਾਈਜੇਸ਼ਨ ਇੰਥੈਲਪੀ ਵੈਸੇ ਡਿਪੈਂਡ ਕਰਦੀ ਹੈ ਸਾਈਜ਼ ਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ। ਮੇਨ ਫੈਕਟਰ ਕਿਹੜੇ ਸਾਈਜ਼ 'ਤੇ ਡਿਪੈਂਡ ਕਰਦੀ ਹੈ ਅਤੇ ਨਿਊਕਲੀਅਰ ਚਾਰਜ 'ਤੇ ਡਿਪੈਂਡ ਕਰਦੀ ਹੈ ਨਾ। ਤਾਂ ਆਇਓਨਾਈਜੇਸ਼ਨ ਇੰਥੈਲਪੀ ਇਹਨਾਂ ਦੀ ਹਾਈ ਹੈ, ਬਟ ਫਰੋਮ ਟੋਪ ਟੂ ਬਾਟਮ ਜਦੋਂ ਆਪਾਂ ਟੋਪ ਟੂ ਬਾਟਮ ਇਨਕਰੀਜ਼ ਕਰਾਂਗੇ, ਠੀਕ ਹੈ, ਤਾਂ ਵਿਦ ਇਨਕਰੀਜ਼ ਇਨ ਸਾਈਜ਼, ਆਪਾਂ ਨੂੰ ਪਤਾ ਸਾਈਜ਼ ਇਨਕਰੀਜ਼ ਕਰਦਾ। ਆਇਓਨਾਈਜੇਸ਼ਨ ਐਨਰਜੀ ਸਾਈਜ਼ ਦੇ ਆਪੋਜ਼ਿਟ ਹੁੰਦੀ ਹੈ। ਜਿੰਨਾ ਸਾਈਜ਼ ਵੱਡਾ ਹੋਏਗਾ ਲਾਸਟ ਇਲੈਕਟ੍ਰੋਨ ਉਹਨਾਂ ਦੂਰ ਚਲਾ ਜਾਏਗਾ। ਜਿੰਨਾ ਲਾਸਟ ਇਲੈਕਟ੍ਰੋਨ ਦੂਰ ਚਲਾ ਗਿਆ ਉਹਨਾਂ ਉਹਦੀ ਨਿਊਕਲੀਅਸ ਦੇ ਨਾਲ ਅਟਰੈਕਸ਼ਨ ਜਿਹੜੀ ਹੈਗੀ ਆ ਉਹ ਘਟ ਜਾਏਗੀ, ਤਾਂ ਉਨੀ ਘੱਟ ਐਨਰਜੀ ਲੱਗੇਗੀ ਉਸ ਇਲੈਕਟ੍ਰੋਨ ਨੂੰ ਨੌਕ ਆਊਟ ਕਰਨ ਦੇ ਲਈ। ਤਾਂ ਆਇਓਨਾਈਜੇਸ਼ਨ ਥੈਰੇਪੀ ਜਿਹੜੀ ਟੌਪ ਟੂ ਬਾਟਮ ਜਦੋਂ ਮੂਵ ਕਰਾਂਗੇ ਡਿਕਰੀਜ਼ ਹੋਏਗੀ, ਬਿਕਾਜ਼ ਪ੍ਰਿੰਸੀਪਲ ਸ਼ੈਲ ਗੋਜ਼ ਔਨ ਇਨਕਰੀਜ਼ਿਜ਼, ਸਾਈਜ਼ ਇਨਕਰੀਜ਼ਿਜ਼, ਸੋ ਅਟਰੈਕਸ਼ਨ ਬਿਟਵੀਨ ਨਿਊਕਲੀਅਸ ਐਂਡ ਆਊਟਰਮੋਸਟ ਜਿਹੜਾ ਸ਼ੈਲ ਹੈਗਾ ਜਾਂ ਇਲੈਕਟ੍ਰੋਨ ਹੈਗਾ decreases, that's why ionization energy also decreases. But when we move from left to right, the ionization energy increase करोगे क्योंकि साइज़ छोटा हो गया, अट्रैक्शन ज़्यादा हो गया, तो increase करोगे। ठीक है जी। ਹੁਣ ਇੱਕ ਸਟਾਰ ਪੁਆਇੰਟ ਇਹਦੇ 'ਚ ਬਣਾ ਲਓ। ਇਹਨਾਂ ਦੀ ਆਇਓਨਾਈਜੇਸ਼ਨ ਐਨਰਜੀ ਜਿਹੜੀ ਹੈਗੀ ਹੈ ਕਾਫੀ ਹਾਈ ਹੁੰਦੀ ਹੈ। ਕਿਉਂ ਹੁੰਦੀ ਹੈ ਸਟਾਰ ਪੁਆਇੰਟ ਇਹ, ਬਿਕਾਜ਼ ਆਫ ਦੇਅਰ ਸਟੇਬਲ ਕਨਫੀਗਰੇਸ਼ਨ, ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ। ਸਟੇਬਲ ਦੇ ਨਾਲ ਬ੍ਰੈਕਟ ਤੁਸੀਂ ਇਹ ਲਿਖ ਸਕਦੇ ਹੋ ਹਾਫ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ, ਬਿਕਾਜ਼ ਆਫ ਦੇਅਰ ਹਾਫ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ। ਦੇਖੋ ਇਹਦੇ ਵਿੱਚ ਐਸ ਦੀ ਆਪਾਂ ਗੱਲ ਕਰਦੇ ਹਾਂ, ਐਸ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਹੀ ਹੋ ਗਿਆ, ਕੋਈ ਵੀ ਹੋਵੇ 2 ਹੋਵੇ 3 ਹੋਵੇ, ਐਸ ਪੂਰਾ ਹੈ ਨਾ। ਪੀ ਦੇ ਵਿੱਚ ਕਿੰਨੇ ਬਲੋਕ ਹੁੰਦੇ ਨੇ, 3 ਬਲੋਕ, ਮੈਕਸਿਮਮ 6 ਇਲੈਕਟ੍ਰੋਨ ਆ ਸਕਦੇ ਨੇ, ਸਾਰਿਆਂ ਦੇ ਵਿੱਚ 3 ਨੇ, 1 2 3, ਤਾਂ ਹਾਫ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋ ਗਈ। +1 ਦੇ ਵਿੱਚ ਆਪਾਂ ਇਹ ਕੀਤਾ ਸੀ ਹਾਫ ਫਿਲਡ ਐਂਡ ਕੰਪਲੀਟਲੀ ਫਿਲਡ ਆਰ ਮੋਰ ਸਟੇਬਲ ਹੁੰਦੇ ਨੇ। ਠੀਕ ਹੈ ਜੀ। ਤਾਂ ਇਹਨਾਂ ਦੀ ਆਇਓਨਾਈਜੇਸ਼ਨ ਐਨਰਜੀ ਹਾਈ ਹੁੰਦੀ ਹੈ। ਉਸ ਤੋਂ ਬਾਅਦ ਇੱਕ ਹੁੰਦਾ ਹੈਗਾ ਸਟਾਰ ਪੁਆਇੰਟ ਹੋਰ ਬਣਾ ਲਓ, ਸਕਸੈਸਿਵ ਆਇਓਨਾਈਜੇਸ਼ਨ ਐਨਰਜੀ। ਆਇਓਨਾਈਜੇਸ਼ਨ ਐਨਰਜੀ ਜਿਹੜੀ ਲਾਸਟ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਹੁੰਦੀ ਹੈ, ਉਸ ਤੋਂ ਬਾਅਦ ਮਤਲਬ ਇੱਕ ਇਲੈਕਟ੍ਰੋਨ ਲੈਟ ਆਪਾਂ ਰਿਮੂਵ ਕਰਤਾ ਤਾਂ ਪੋਜ਼ਿਟਿਵ ਚਾਰਜ ਆ ਗਿਆ, ਫਿਰ ਦੂਸਰਾ ਰਿਮੂਵ ਕਰਨਾ 2 ਪੋਜ਼ਿਟਿਵ ਆ ਜਾਊ, ਤੀਸਰਾ ਕਰਨਾ 3 ਪੋਜ਼ਿਟਿਵ ਆ ਜਾਊ, ਮਤਲਬ ਉਹਨੂੰ ਸਕਸੈਸਿਵ ਆਇਓਨਾਈਜੇਸ਼ਨ ਐਨਰਜੀ ਕਹਿੰਦੇ ਆ। ਸਕਸੈਸਿਵ ਆਇਓਨਾਈਜੇਸ਼ਨ ਐਨਰਜੀ ਆਲਵੇਜ਼ ਗ੍ਰੇਟਰ ਹੁੰਦੀ ਹੈ ਪ੍ਰੀਵੀਅਸ ਤੋਂ। ਮੰਨ ਲਓ ਆਇਓਨਾਈਜੇਸ਼ਨ ਐਨਰਜੀ ਮੈਂ ਪਹਿਲੇ ਦੀ ਗੱਲ ਕਰਦਾ I1 ਹੈ, ਤਾਂ I2 ਆਲਵੇਜ਼ ਗ੍ਰੇਟਰ ਹੋਏਗੀ, I3 ਆਲਵੇਜ਼ ਉਸ ਤੋਂ ਗ੍ਰੇਟਰ ਹੋਏਗੀ। ਤਾਂ ਸਕਸੈਸਿਵ ਆਇਓਨਾਈਜੇਸ਼ਨ ਐਨਰਜੀ ਕੀ ਹੈ, ਆਫਟਰ ਰਿਮੂਵ 1 ਇਲੈਕਟ੍ਰੋਨ, ਜੋ ਅੱਗੇ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਯੂਜ਼ ਹੁੰਦੀ ਹੈ, ਸਕਸੈਸਿਵ ਹੁੰਦੀ ਹੈ। ਸਕਸੈਸਿਵ ਆਲਵੇਜ਼ ਹਾਇਰ ਦੈਨ ਪ੍ਰੀਵੀਅਸ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਕੀ ਆਉਂਦਾ, ਇਹਦੀ ਪ੍ਰੋਪਰਟੀ ਜਿਹੜੀ ਇਸ ਫੈਮਿਲੀ ਦੀ ਆਪਾਂ ਸਟੱਡੀ ਕਰਨੀ ਹੈ ਉਹ ਹੈਗੀ ਹੈ, ਨੈਕਸਟ ਹੈਡਿੰਗ ਬਣਾਓ, ਇਲੈਕਟ੍ਰੋਨ ਨੈਗੇਟਿਵਿਟੀ। ਕੀ ਹੈ ਜੀ, ਇਲੈਕਟ੍ਰੋਨ ਨੈਗੇਟਿਵਿਟੀ। ਇਲੈਕਟ੍ਰੋਨ ਨੈਗੇਟਿਵਿਟੀ ਦੀ ਸਭ ਤੋਂ ਪਹਿਲਾਂ ਡੈਫੀਨੇਸ਼ਨ ਦਿਓਗੇ। ਕੀ ਹੁੰਦਾ ਹੈ, ਟੈਂਡੈਂਸੀ ਆਫ ਐਨ ਐਲੀਮੈਂਟ ਟੂ ਅਟਰੈਕਟ ਦ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਟੂਵਰਡਸ ਇਟਸੈਲਫ, ਹੈ ਨਾ। ਸ਼ੇਅਰਡ ਪੇਅਰ ਮਤਲਬ ਕਿਸੇ ਨਾਲ ਬੌਂਡ ਬਣਾਇਆ ਹੋਇਆ, ਉਹਦੇ ਨਾਲ ਜਿਹੜੇ ਇਲੈਕਟ੍ਰੋਨ ਸ਼ੇਅਰ ਕੀਤੇ ਹੋਏ ਨੇ ਉਹਨਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਜਿਹੜੀ ਪਾਵਰ ਹੁੰਦੀ ਹੈ ਉਹਨੂੰ ਇਲੈਕਟ੍ਰੋਨ ਨੈਗੇਟਿਵ। ਇਹ ਡਿਪੈਂਡ ਕਰਦੀ ਹੈ ਇਲੈਕਟ੍ਰੋਨ ਨੈਗੇਟਿਵਿਟੀ ਵੈਸੇ ਨੋਨ ਮੈਟਲਸ ਦੀ ਹੁੰਦੀ ਹੈ। ਮੈਟਲ ਦੇ ਕੇਸ 'ਚ ਇਲੈਕਟ੍ਰੋ ਪੋਜ਼ਿਟਿਵਿਟੀ ਹੁੰਦੀ ਹੈ। ਆਪਾਂ ਗੱਲ ਕਰ ਰਹੇ ਹਾਂ ਨਾਈਟ੍ਰੋਜਨ ਫੈਮਿਲੀ ਦੀ ਇਲੈਕਟ੍ਰੋਨ ਨੈਗੇਟਿਵਿਟੀ ਹੋਏਗੀ। ਠੀਕ ਹੈ ਜੀ, ਨੋਨ ਮੈਟਲਸ। ਮੂਵਿੰਗ ਡਾਊਨ ਜਿਹੜਾ ਨੋਨ ਮੈਟਾਲਿਕ ਕਰੈਕਟਰ ਡਿਕਰੀਜ਼ ਕਰਦਾ ਹੈ, ਮੈਟਾਲਿਕ ਕਰੈਕਟਰ ਇਨਕਰੀਜ਼ ਕਰਦਾ ਹੈ, ਇਹ ਵੀ ਫੈਕਟਰ ਬਣ ਜਾਂਦਾ ਹੈ ਕਿ ਇਲੈਕਟ੍ਰੋਨ ਨੈਗੇਟਿਵਿਟੀ ਮੂਵਿੰਗ ਡਾਊਨ ਡਿਕਰੀਜ਼ ਹੁੰਦੀ ਹੈ ਕਿਉਂਕਿ ਮੈਟਾਲਿਕ ਕਰੈਕਟਰ ਆ ਜਾਂਦਾ। ਚਲੋ ਠੀਕ ਹੈ ਜੀ, ਇਲੈਕਟ੍ਰੋਨ ਨੈਗੇਟਿਵਿਟੀ ਦੀ ਡੈਫੀਨੇਸ਼ਨ ਲਿਖ ਲਈ।
ਡਿਪੈਂਡ ਅਪੋਨ ਨੋਨ ਮੈਟਾਲਿਕ ਕਰੈਕਟਰ, ਹੈ ਨਾ ਜੀ। ਤਾਂ ਲਿਖੋ ਇਹਦੇ ਟ੍ਰੈਂਡ ਦੀ ਗੱਲ ਕਰਦੇ ਹਾਂ। ਵੈਨ ਵੀ ਮੂਵ ਫਰੋਮ ਟੌਪ ਟੂ ਬੋਟਮ ਜਦੋਂ ਆਪਾਂ ਮੂਵ ਕਰਾਂਗੇ ਤਾਂ ਸਾਈਜ਼ ਇਨਕਰੀਜ਼ ਕਰੂਗਾ, ਮੈਟਾਲਿਕ ਕਰੈਕਟਰ ਇਨਕਰੀਜ਼ ਕਰੂਗਾ। ਦੈਟਸ ਵਾਈ ਜਿਹੜੀ ਹੈਗੀ ਹੈ ਇਲੈਕਟ੍ਰੋਨ ਨੈਗੇਟਿਵਿਟੀ ਡਿਕਰੀਜ਼ ਕਰੂਗੀ, ਯਾਦ ਰੱਖਿਓ। ਹਾਂਜੀ, ਲੈਫਟ ਟੂ ਰਾਈਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਨ ਏ ਪੀਰੀਅਡ ਕੀ ਹੋਏਗਾ, ਸਾਈਜ਼ ਡਿਕਰੀਜ਼ ਕਰਦਾ ਹੈ। ਲੈਫਟ ਟੂ ਰਾਈਟ ਇਨ ਏ ਪੀਰੀਅਡ ਸਾਈਜ਼ ਡਿਕਰੀਜ਼ ਕਰਦਾ ਅਤੇ ਨੋਨ ਮੈਟਾਲਿਕ ਕਰੈਕਟਰ ਇਨਕਰੀਜ਼ ਕਰਦਾ। ਦੈਟਸ ਵਾਈ ਇਲੈਕਟ੍ਰੋਨ ਨੈਗੇਟਿਵਿਟੀ ਆਲਸੋ ਇਨਕਰੀਜ਼ ਹੋਏਗੀ। 6 ਪੁਆਇੰਟ ਬਣਾ ਰਹੇ, ਮਤਲਬ ਸਾਈਜ਼ ਨੋਨ ਮੈਟਾਲਿਕ ਕਰੈਕਟਰ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਜਿੰਨਾ ਵੱਧਦਾ ਜਾਊ ਵੱਧਦੀ ਜਾਊਗੀ, ਸਾਈਜ਼ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ। ਠੀਕ ਹੈ ਜੀ। ਇੱਕ ਪੁਆਇੰਟ ਸਟਾਰ ਪੁਆਇੰਟ ਬਣਾ ਲਓ। ਫੋਨ, FON, ਫੋਨ ਯਾਦ ਰੱਖ ਲਓ, ਫੋਨ ਸਭ ਨੂੰ ਯਾਦ ਰਹਿ ਜਾਏਗਾ। ਫਲੋਰੀਨ, ਆਕਸੀਜਨ ਅਤੇ ਨਾਈਟ੍ਰੋਜਨ ਮੋਸਟ ਇਲੈਕਟ੍ਰੋਨ ਨੈਗੇਟਿਵ ਐਲੀਮੈਂਟ ਇਨ ਦਾ ਪੀਰੀਓਡਿਕ ਟੇਬਲ। ਸਭ ਤੋਂ ਜ਼ਿਆਦਾ ਕੌਣ ਹੁੰਦਾ ਹੈ? ਫਲੋਰੀਨ ਹੁੰਦਾ, ਉਸ ਤੋਂ ਘੱਟ ਆਕਸੀਜਨ, ਉਸ ਤੋਂ ਘੱਟ ਨਾਈਟ੍ਰੋਜਨ। ਜਿੰਨੀ ਇਹ ਤੁਸੀਂ ਤਿੰਨੇ ਯਾਦ ਰੱਖ ਲਿਓ। ਹੁਣ ਆਪਾਂ ਇੱਥੇ ਸਟੱਡੀ ਕਿਹੜਾ ਕਰ ਰਹੇ ਹਾਂਗੇ? ਨਾਈਟ੍ਰੋਜਨ ਫੈਮਿਲੀ। ਤਾਂ ਨਾਈਟ੍ਰੋਜਨ ਇਜ਼ ਦਾ 3rd ਮੋਸਟ ਇਲੈਕਟ੍ਰੋਨ ਨੈਗੇਟਿਵ ਐਲੀਮੈਂਟ ਇਨ ਦਾ ਪੀਰੀਓਡਿਕ ਟੇਬਲ। ਇਹ ਪੁਆਇੰਟ ਵੀ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਇੱਕ ਪੁਆਇੰਟ ਬਣ ਜਾਂਦਾ ਮੈਟਾਲਿਕ ਕਰੈਕਟਰ। ਇਹਦੇ ਨਾਲ ਹੀ ਇੰਟਰਲਿੰਕਡ ਹੈ। ਨੈਕਸਟ ਪੁਆਇੰਟ ਹੈ ਮੈਟਾਲਿਕ ਕਰੈਕਟਰ। ਆਪਾਂ ਨੂੰ ਪਤਾ ਜਿਹੜੀਆਂ ਨਾਈਟ੍ਰੋਜਨ ਸਟਾਰ ਪੁਆਇੰਟ ਨਾਲੋਂ ਨਾਈਟ੍ਰੋਜਨ ਐਂਡ ਫਾਸਫੋਰਸ ਨੋਨ ਮੈਟਲਸ ਹੁੰਦੀਆਂ ਨੇ। ਨੈਕਸਟ 2 ਜਿਹੜੀਆਂ ਹੈਗੀਆਂ ਨੇ ਆਰਸੈਨਿਕ ਅਤੇ ਐਂਟੀਮਨੀ, ਇਹ ਮੈਟਲੋਇਡਸ ਹੁੰਦੇ ਨੇ। ਮੈਟਲ ਵੀ ਨੇ, ਨੋਨ ਮੈਟਲ, ਮੈਟਲੋਇਡਸ ਕਹਿੰਦੇ ਨੇ। ਅਤੇ ਨੈਕਸਟ ਵਨ ਜਿਹੜੀ ਵਿਸਮਤ ਹੈ ਉਹ ਪਿਓਰਲੀ ਮੈਟਲ ਹੁੰਦੀ ਹੈ। ਤਾਂ ਫਿਰ ਮੈਟਾਲਿਕ ਕਰੈਕਟਰ ਮੂਵਿੰਗ ਡਾਊਨ ਕੀ ਹੋਊਗਾ ਜੀ? ਇਨਕਰੀਜ਼ ਕਰੂਗਾ। ਮੂਵਿੰਗ ਡਾਊਨ ਇਨਕਰੀਜ਼ ਕਿਉਂ ਕਰੂਗਾ? ਕਿਉਂਕਿ ਸਾਈਜ਼ ਵੱਧ ਰਿਹਾ ਹੈ। ਸਾਈਜ਼ ਵੱਧ ਰਿਹਾ ਹੈ, ਆਇਓਨਾਈਜ਼ੇਸ਼ਨ ਐਨਰਜੀ ਘਟ ਰਹੀ ਹੈ। ਮੈਟਲਸ ਦੀ ਆਇਓਨਾਈਜ਼ੇਸ਼ਨ ਐਨਰਜੀ ਘੱਟ ਹੁੰਦੀ ਹੈ, ਕਹਿਣ ਦਾ ਭਾਵ ਇਲੈਕਟ੍ਰੋ ਪੋਜ਼ਿਟਿਵਿਟੀ ਹੁੰਦੀ ਹੈ, ਜਿਹਦੇ ਨਾਲ ਆਪਣਾ ਜਿਹੜਾ ਹੈਗਾ ਮੈਟਾਲਿਕ ਕਰੈਕਟਰ ਇਨਕਰੀਜ਼ ਕਰਦਾ। ਠੀਕ ਹੈ ਜੀ। ਨੈਕਸਟ ਉਸ ਤੋਂ ਬਾਅਦ ਇਹਨਾਂ 'ਚ ਪੁਆਇੰਟ ਆਉਂਦਾ ਹੈ ਇਸ ਫੈਮਿਲੀ ਦਾ। ਫਿਜ਼ੀਕਲ ਪ੍ਰੋਪਰਟੀ ਚੱਲ ਰਹੀਆਂ ਨੇ ਇਹ ਸਾਰੀਆਂ। ਪੁਆਇੰਟ ਕੀ ਹੈ? ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਦੀ ਗੱਲ ਕਰਦੇ ਹਾਂ, ਹੈ ਨਾ। ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਦੇ ਵਿੱਚ ਇਹਦੇ ਵਿੱਚ ਦੇਖੋ ਅਟਰੈਕਸ਼ਨ ਹੁੰਦੀਆਂ ਨੇ। ਹੁਣ ਅਟਰੈਕਸ਼ਨ ਕਿਹੜੀਆਂ ਨੇ? ਵਾਂਡਰਵਾਲ ਫੋਰਸਿਸ ਨੇ। ਵਾਂਡਰਵਾਲ ਫੋਰਸਿਸ ਕਿਸ 'ਤੇ ਡਿਪੈਂਡ ਕਰਦੀਆਂ ਨੇ? ਸਾਈਜ਼ 'ਤੇ। ਜਿੰਨਾ ਸਾਈਜ਼ ਵੱਡਾ ਹੋਊਗਾ ਉਨੀ ਵਾਂਡਰਵਾਲ ਫੋਰਸਿਸ ਜ਼ਿਆਦਾ ਹੋਣਗੀਆਂ, ਉਨਾ ਮੈਲਟਿੰਗ ਬੋਇਲਿੰਗ ਪੁਆਇੰਟ ਜ਼ਿਆਦਾ ਹੋਏਗਾ। ਹੁਣ ਇਹ 'ਚ ਤੁਸੀਂ ਲਿਖੋਗੇ ਮੂਵਿੰਗ ਡਾਊਨ ਜਿਹੜਾ ਹੈਗਾ ਇਨਕਰੀਜ਼ ਕਰਦਾ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, ਬਿਕਾਜ਼ ਜਿਹੜਾ ਸਾਈਜ਼ ਇਨਕਰੀਜ਼ਿਸ, ਅਟਰੈਕਸ਼ਨ ਇਨਕਰੀਜ਼ਿਸ, ਬ੍ਰੈਕਟ 'ਚ ਲਿਖੋ ਬਿਕਾਜ਼ ਦੇ ਹੈਵ ਵਾਂਡਰਵਾਲ ਫੋਰਸਿਸ ਆਫ ਅਟਰੈਕਸ਼ਨ। ਠੀਕ ਹੈ ਜੀ। ਤਾਂ ਮੈਲਟਿੰਗ ਬੋਇਲਿੰਗ ਪੁਆਇੰਟ ਮੂਵਿੰਗ ਡਾਊਨ ਜਿਹੜਾ ਹੋਏਗਾ ਇਨਕਰੀਜ਼ ਕਰੂਗਾ। ਹਾਂਜੀ, ਜੇ ਆਪਾਂ ਸਪੈਸ਼ਲ ਥੋੜ੍ਹਾ ਹੋਰ ਡਿਟੇਲ 'ਚ ਜਾਈਏ ਤਾਂ ਇਹ ਬੋਇਲਿੰਗ ਪੁਆਇੰਟ ਦਾ ਟਰੈਂਡ ਹੋਊਗਾ। ਬੋਇਲਿੰਗ ਪੁਆਇੰਟ ਦੇ ਵਿੱਚ ਅਟਰੈਕਸ਼ਨ ਲੈਂਦੇ ਆਪਾਂ। ਅਤੇ ਮੈਲਟਿੰਗ ਪੁਆਇੰਟ ਦੀ ਅਗਰ ਗੱਲ ਕਰਾਂਗੇ, ਮੈਲਟਿੰਗ ਪੁਆਇੰਟ ਜਿਹੜਾ ਹੈਗਾ ਪਹਿਲਾਂ ਇਨਕਰੀਜ਼ ਕਰੂਗਾ, ਫਿਰ ਕੀ ਕਰੂਗਾ? ਡਿਕਰੀਜ਼ ਕਰੂਗਾ। ਕਿਉਂਕਿ ਕਾਰਨ ਕੀ ਹੈ? ਕਿਉਂਕਿ ਮੂਵਿੰਗ ਡਾਊਨ ਕੀ ਆ ਗਈਆਂ? ਮੈਟਲ ਆ ਗਈਆਂ। ਉੱਪਰ ਕੀ ਨੇ? ਨੋਨ ਮੈਟਲ ਨੇ, ਥੱਲੇ ਮੈਟਲ ਨੇ। ਤਾਂ ਆਪਾਂ ਨੂੰ ਟਰੈਂਡ ਦੋਨਾਂ ਦੇ ਹਿਸਾਬ ਨਾਲ ਚੱਲਣਾ ਪਏਗਾ। ਫਸਟਲੀ ਇਨਕਰੀਜ਼, ਉਹਨਾਂ ਦੇ ਵਿੱਚ ਕੀ ਹੁੰਦਾ ਹੈਗਾ? ਵਾਂਡਰਵਾਲ ਫੋਰਸਿਸ ਹੁੰਦੀਆਂ ਨੇ। ਅਤੇ ਮੈਲਟਿੰਗ ਪੁਆਇੰਟ ਦੇ ਕੇਸ 'ਚ ਮੂਵਿੰਗ ਡਾਊਨ ਜਿਹੜਾ ਬਿਸਮਤ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਫੋਰਸਿਸ ਘਟ ਜਾਂਦੀਆਂ ਨੇ ਡਿਊ ਟੂ ਇਨਰਟ ਪੇਅਰ ਇਫੈਕਟ। ਬਿਸਮਤ ਦਾ +5 ਨਾਲੋਂ +3 ਜਿਹੜਾ ਸਟੇਬਲ ਜ਼ਿਆਦਾ ਆਕਸੀਡੇਸ਼ਨ ਸਟੇਟ ਆ, ਕਿਉਂਕਿ ਇਨਰਟ ਪੇਅਰ ਇਫੈਕਟ ਆਪਾਂ +1 ਦੇ ਵਿੱਚ ਬਹੁਤ ਡਿਟੇਲ 'ਚ ਕੀਤਾ ਸੀ ਕਿ ਰਿਲਕਟੈਂਸ ਆਫ S ਇਲੈਕਟ੍ਰੋਨ ਟੂ ਟੇਕ ਪਾਰਟੀਸਪੇਸ਼ਨ ਇਨ ਕੈਮੀਕਲ ਰਿਐਕਸ਼ਨ। ਕਹਿਣ ਦਾ ਭਾਵ ਜਿਹੜਾ ਪੇਅਰ ਆਫ S ਇਲੈਕਟ੍ਰੋਨ ਜਿਹੜੇ ਹੈਗੇ ਨੇਗੇ ਇਹ ਕੈਮੀਕਲ ਰਿਐਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ, ਰਿਲੀਜ਼ ਨਹੀਂ ਹੁੰਦੇ, ਤਾਂ ਸਿਰਫ P ਵਾਲੇ ਰਿਲੀਜ਼ ਹੁੰਦੇ ਨੇ, ਜਿਹਦੇ ਨਾਲ ਸਿਰਫ +3 ਆਕਸੀਡੇਸ਼ਨ। ਤਾਂ ਮੈਟਲ ਦੇ ਕੇਸ 'ਚ ਆਪਾਂ ਕਵਾਂਗੇ ਮੈਲਟਿੰਗ ਪੁਆਇੰਟ ਜਿਹੜਾ ਹੈਗਾ ਘਟ ਜਾਂਦਾ ਹੈ, ਬਿਸਮਤ ਦਾ ਘੱਟ ਹੁੰਦਾ, ਕਿਉਂਕਿ ਅਟਰੈਕਸ਼ਨ ਘੱਟ ਹੁੰਦੀਆਂ ਨੇ। 3 ਇਲੈਕਟ੍ਰੋਨ ਥਰੂ ਹੀ ਬੌਂਡ ਬਣਾਉਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੀ ਹੈ ਪ੍ਰੋਪਰਟੀ ਕੈਟੀਨੇਸ਼ਨ ਦੀ। ਕੈਟੀਨੇਸ਼ਨ ਦੀ ਪ੍ਰੋਪਰਟੀ ਵੈਸੇ ਤੁਸੀਂ 8th 9th 10th ਦੇ ਵਿੱਚ ਵੀ ਸੁਣੀ ਹੋਏਗੀ, +1 'ਚ ਤਾਂ ਕੀਤੀ ਆ। ਸੈਲਫ ਲਿੰਕੇਜ ਹੁੰਦੀ ਹੈ ਪਰਟੀਕੂਲਰ ਐਲੀਮੈਂਟ ਦਾ ਆਪਣੇ ਦੂਸਰੇ ਹੋਰ ਐਲੀਮੈਂਟ ਦੇ ਨਾਲ ਸਿੰਗਲ, ਡਬਲ, ਟ੍ਰਿਪਲ ਬੌਂਡ ਜਾਂ ਮਲਟੀਪਲ ਬੌਂਡ ਜਾਂ ਲੌਂਗ ਚੇਨ ਬਣਾਉਣਾ, ਉਹ ਕੈਟੀਨੇਸ਼ਨ ਦੀ ਪ੍ਰੋਪਰਟੀ ਹੁੰਦੀ ਆ। ਤਾਂ ਇਹਦੇ ਵਿੱਚ ਕੈਟੀਨੇਸ਼ਨ ਜਿਹੜੀ ਹੈਗੀ ਇਹਦੇ 'ਚ
ਨਾਈਟ੍ਰੋਜਨ ਮੈਕਸਿਮਮ ਟੈਂਡੈਂਸੀ ਸ਼ੋ ਕਰਦਾ ਕੈਟੀਨੇਸ਼ਨ ਦੀ। ਕੈਟੀਨੇਸ਼ਨ ਦੇ ਨਾਲ ਹੀ ਉਹ ਅਜ਼ਾਈਡ ਆਇਨ ਬਣਾਉਂਦਾ, ਕਾਫੀ ਇੰਪੋਰਟੈਂਟ ਹੈ, ਇਹਨੂੰ ਹੈਡਿੰਗ ਦੇ ਲਓ ਕੈਟੀਨੇਸ਼ਨ ਦੀ ਡੈਫੀਨੇਸ਼ਨ ਦਿਓਗੇ, ਸੈਲਫ ਲਿੰਕੇਜ ਪ੍ਰੋਪਰਟੀ ਆਫ ਐਲੀਮੈਂਟ ਟੂ ਮੇਕ ਏ ਲੌਂਗ ਚੇਨ ਵਿਦ ਇਟਸੈਲਫ, ਹੈ ਨਾ, ਜਾਂ ਉਹਨੂੰ ਆਪਾਂ ਕੈਟੀਨੇਸ਼ਨ ਕਹਾਂਗੇ। ਤਾਂ ਅੱਗੇ ਲਿਖੋਗੇ ਨਾਈਟ੍ਰੋਜਨ ਦੀ ਮੈਕਸਿਮਮ ਟੈਂਡੈਂਸੀ ਟੂ ਸ਼ੋ ਕੈਟੀਨੇਸ਼ਨ ਇਨ ਦਿਸ ਫੈਮਿਲੀ ਇਨ ਦਿਸ ਵੇ ਵਿਲ ਫਾਰਮ ਅਜ਼ਾਈਡ ਆਇਨ। ਕਿਹੜਾ ਅਜ਼ਾਈਡ, AZIDE, ਅਜ਼ਾਈਡ ਆਇਨ। ਅਜ਼ਾਈਡ ਆਇਨ ਵੈਸੇ ਹੁੰਦਾ ਕੀ ਹੈ, ਨਾਈਟ੍ਰੋਜਨ 3 N3 ਦੇ ਉੱਪਰ 1 ਨੈਗੇਟਿਵ, ਇਹਨੂੰ ਅਜ਼ਾਈਡ ਆਇਨ ਕਹਿੰਦੇ ਆ, N3 1 ਨੈਗੇਟਿਵ। ਅਸਲ ਵਿੱਚ ਹੁੰਦਾ ਕੀ ਹੈ, N3 1 ਨੈਗੇਟਿਵ ਦਾ ਮਤਲਬ ਕੀ ਆ, ਤਿੰਨੋਂ ਨਾਈਟ੍ਰੋਜਨ ਆਪਸ 'ਚ ਬੌਂਡ ਬਣਾ ਲੈਂਦੇ, ਨਾਈਟ੍ਰੋਜਨ ਡਬਲ ਬੌਂਡ, ਨਾਈਟ੍ਰੋਜਨ ਡਬਲ ਬੌਂਡ, ਨਾਈਟ੍ਰੋਜਨ, ਠੀਕ ਹੈ ਜੀ। ਇਹਦੇ 'ਤੇ ਨੈਗੇਟਿਵ, ਇਹਦੇ 'ਤੇ ਨੈਗੇਟਿਵ, ਇਹਦੇ 'ਤੇ ਪੋਜ਼ੀਟਿਵ ਆ ਜਾਂਦਾ। ਤਾਂ ਨੈਟ ਰਿਜ਼ਲਟੈਂਟ ਜਿਹੜਾ 2 ਨੈਗੇਟਿਵ 1 ਪੋਜ਼ੀਟਿਵ ਹੈ, ਨੈਟ ਕੀ ਬਚਿਆ 1 ਨੈਗੇਟਿਵ ਬਚ ਗਿਆ, N3 1 ਨੈਗੇਟਿਵ ਅਜ਼ਾਈਡ ਆਇਨ ਆਪਣੇ ਕੋਲੇ ਬਚ ਜਾਂਦਾ। ਇਹ ਇਹਨਾਂ ਦੀ ਕੈਟੀਨੇਸ਼ਨ ਦੀ ਪ੍ਰੋਪਰਟੀਜ਼ ਹੈ। ਅਤੇ ਅੱਜ ਲਈ ਇੰਨਾ ਕਾਫੀ ਹੈ, ਇਹਦੇ ਨੋਟਸ ਪ੍ਰੋਪਰ ਵਧੀਆ ਬਣਾਉਣੇ ਸ਼ੁਰੂ ਕਰੋ, ਅਤੇ ਬਾਕੀ ਮਿਲਦੇ ਹਾਂ ਨੈਕਸਟ ਟਾਈਮ। ਥੈਂਕ ਯੂ ਵੈਰੀ ਮੱਚ।